ਪਿਆਰੇ ਵਿਦਿਆਰਥੀਓ, ਅੱਜ ਆਪਾਂ ਸਮਾਜਿਕ ਵਿਗਿਆਨ ਦੇ ਪਾਠ 13 ਬਸਤੀਵਾਦ ਅਤੇ ਕਬਾਇਲੀ ਸਮਾਜ ਦੇ ਦੂਜੇ ਭਾਗ ਵਿੱਚ 19ਵੀਂ ਸਦੀ ਵਿੱਚ ਕਬਾਇਲੀ ਸਮਾਜ ਅਤੇ ਉਸ ਦੀ ਆਰਥਿਕ ਦਸ਼ਾ ਵਿੱਚ ਤਬਦੀਲੀਆਂ ਬਾਰੇ ਪੜ੍ਹਾਂਗੇ। ਜਿਵੇਂ ਕਿ ਆਪਾਂ ਇਸ ਦੇ ਪਹਿਲੇ ਭਾਗ ਵਿੱਚ ਕਬਾਇਲੀ ਸਮਾਜ ਬਾਰੇ ਜਾਣਨ ਦੀ ਕੋਸ਼ਿਸ਼ ਕੀਤੀ ਸੀ, ਅੱਜ ਆਪਾਂ ਜਾਣਾਂਗੇ ਕਿ 19ਵੀਂ ਸਦੀ ਵਿੱਚ ਕਬਾਇਲੀ ਸਮਾਜ ਦੀ ਸਮਾਜਿਕ ਅਤੇ ਆਰਥਿਕ ਦਸ਼ਾ ਵਿੱਚ ਕਿਵੇਂ ਤਬਦੀਲੀਆਂ ਆਈਆਂ। 19ਵੀਂ ਸਦੀ ਵਿੱਚ ਕਬਾਇਲੀ ਸਮਾਜ ਅਤੇ ਉਸ ਦੀਆਂ ਆਰਥਿਕ ਦਸ਼ਾ ਵਿੱਚ ਤਬਦੀਲੀਆਂ। 19ਵੀਂ ਸਦੀ ਵਿੱਚ ਬਰਤਾਨਵੀ ਰਾਜ ਸਮੇਂ ਕਬਾਇਲੀ ਸਮਾਜ ਦੇ ਲੋਕ ਸਭ ਤੋਂ ਵੱਧ ਗਰੀਬ ਸਨ। ਅੰਗਰੇਜ਼ੀ ਸਾਮਰਾਜ ਦੇ ਤੇਜ਼ੀ ਨਾਲ ਹੋ ਰਹੇ ਪਾਸਾਰ ਨੇ ਕਬਾਇਲੀ ਸਮਾਜ ਦੀ ਜੀਵਨ ਸ਼ੈਲੀ ਨੂੰ ਹਰ ਪੱਖੋਂ ਪ੍ਰਭਾਵਿਤ ਕੀਤਾ। ਜਿਵੇਂ ਜਿਵੇਂ ਅੰਗਰੇਜ਼ਾਂ ਦਾ ਰਾਜ ਪੂਰੇ ਭਾਰਤ ਵਿੱਚ ਫੈਲ ਰਿਹਾ ਸੀ, ਉਹਨਾਂ ਦੀ ਪਹੁੰਚ ਸਾਡੇ ਕਬਾਇਲੀ ਸਮਾਜ ਦੇ ਲੋਕਾਂ ਤੱਕ ਵੀ ਹੋਈ ਤੇ ਉਹਨਾਂ ਦਾ ਇਹ ਪ੍ਰਭਾਵ ਕਬਾਇਲੀ ਸਮਾਜ ਦੀ ਜੀਵਨ ਸ਼ੈਲੀ ਨੂੰ ਵੀ ਪ੍ਰਭਾਵਿਤ ਕਰਦਾ ਰਿਹਾ। ਤਾਂ ਆਪਾਂ ਅੱਜ ਇਸ ਪਾਠ ਵਿੱਚ ਇਹ ਜਾਣਨ ਦੀ ਕੋਸ਼ਿਸ਼ ਕਰਾਂਗੇ। ਜਿਵੇਂ ਆਪਾਂ ਨੂੰ ਇੱਥੇ ਤਸਵੀਰਾਂ ਵਿੱਚ ਵੀ ਦਿਖਾਇਆ ਗਿਆ ਕਿ ਕਬਾਇਲੀ ਸਮਾਜ ਉਸ ਸਮੇਂ ਕਿਵੇਂ ਰਿਹਾ ਕਰਦਾ ਸੀ ਤੇ ਅੰਗਰੇਜ਼ਾਂ ਦੇ ਆਉਣ ਕਾਰਨ ਉਹਨਾਂ ਵਿੱਚ ਕਿਵੇਂ ਦੀਆਂ ਸਮਾਜਿਕ ਤੇ ਆਰਥਿਕ ਤਬਦੀਲੀਆਂ ਆਈਆਂ, ਉਹਨਾਂ ਬਾਰੇ ਆਪਾਂ ਅੱਜ ਜਾਣ ਰਹੇ ਹਾਂ। ਬਰਤਾਨਵੀ ਰਾਜ ਸਮੇਂ ਪੁਰਾਣੇ ਸਮਾਜਿਕ ਅਤੇ ਆਰਥਿਕ ਢਾਂਚੇ ਨੂੰ ਬਦਲ ਦਿੱਤਾ ਗਿਆ। ਇਸ ਦਾ ਸਭ ਤੋਂ ਜ਼ਿਆਦਾ ਪ੍ਰਭਾਵ ਕਬਾਇਲੀ ਸਮਾਜ ਅਤੇ ਉਸ ਦੀ ਆਰਥਿਕ ਦਸ਼ਾ ਉੱਤੇ ਪਿਆ। ਬਰਤਾਨਵੀ ਸਰਕਾਰ ਨੇ ਆਪਣੇ ਆਰਥਿਕ ਹਿੱਤਾਂ ਕਾਰਨ ਫਸਲਾਂ ਦਾ ਵਣਜੀਕਰਨ ਭਾਵ ਕਿ ਵਪਾਰੀਕਰਨ ਕਰ ਦਿੱਤਾ ਤੇ ਇਸ ਤਰ੍ਹਾਂ ਬਰਤਾਨਵੀ ਸਮਾਜ ਦਾ ਕਬਾਇਲੀ ਸਮਾਜ ਉੱਪਰ ਬਹੁਤ ਅਸਰ ਪਿਆ। ਬਰਤਾਨਵੀ ਸ਼ਾਸਕਾਂ ਨੇ ਅਫੀਮ ਅਤੇ ਨੀਲ ਦੀ ਖੇਤੀ ਕਰਨ ਲਈ ਕਬਾਇਲੀ ਖੇਤਰਾਂ ਦੀ ਜ਼ਮੀਨ ਉੱਤੇ ਕਬਜ਼ਾ ਕਰ ਲਿਆ। ਬੱਚਿਓ, ਅੰਗਰੇਜ਼ ਜਾਂ ਬਰਤਾਨਵੀ ਸ਼ਾਸਕ ਆਪਣੇ ਮੁਨਾਫੇ ਲਈ ਭਾਰਤ ਵਿੱਚ ਆਏ ਸਨ ਤੇ ਉਹ ਇੱਥੋਂ ਦੀ ਖੇਤੀਬਾੜੀ ਵਿੱਚ ਵੀ ਮੁਨਾਫਾ ਹੀ ਭਾਲਦੇ ਸਨ। ਸੋ ਇਹ ਮੁਨਾਫਾ ਉਹਨਾਂ ਨੇ ਹੋਰ ਵਧਾਉਣ ਲਈ ਕਬਾਇਲੀ ਸਮਾਜ ਦੇ ਲੋਕਾਂ ਨੂੰ ਵੀ ਤੰਗ ਕਰਨਾ ਸ਼ੁਰੂ ਕਰ ਦਿੱਤਾ। ਉਹਨਾਂ ਦੀਆਂ ਜ਼ਮੀਨਾਂ ਹਥਿਆਉਣੀਆਂ ਸ਼ੁਰੂ ਕਰ ਦਿੱਤੀਆਂ ਤੇ ਉਹਨਾਂ ਜ਼ਮੀਨਾਂ ਉੱਤੇ ਉਹਨਾਂ ਨੇ ਅਫੀਮ ਅਤੇ ਨੀਲ ਦੀ ਖੇਤੀ ਕਰਨੀ ਸ਼ੁਰੂ ਕੀਤੀ ਤੇ ਜਿਸ ਕਰਕੇ ਕਬਾਇਲੀ ਲੋਕ ਮਜ਼ਦੂਰੀ ਕਰਨ ਲੱਗੇ। ਇਹਨਾਂ ਨੂੰ ਬਹੁਤ ਘੱਟ ਮਜ਼ਦੂਰੀ ਦਿੱਤੀ ਜਾਂਦੀ ਸੀ। ਹੌਲੀ ਹੌਲੀ ਉਹਨਾਂ ਨੇ ਗੁਜ਼ਾਰਾ ਕਰਨ ਲਈ ਪੈਸਾ ਉਧਾਰਾ ਲੈਣਾ ਸ਼ੁਰੂ ਕਰ ਦਿੱਤਾ, ਜਿਸ ਕਰਕੇ ਉਹ ਆਰਥਿਕ ਮੰਦਹਾਲੀ ਦਾ ਸ਼ਿਕਾਰ ਹੋ ਗਏ। ਭਾਵ ਕਿ ਉਹਨਾਂ ਦਾ ਜੀਵਨ ਹੋਰ ਨਿੱਘਰਦਾ ਚਲਿਆ ਗਿਆ ਤੇ ਸਮਾਜ ਵਿੱਚ ਗਰੀਬੀ ਅਤ ਦਰਜੇ ਦੀ ਹੋ ਗਈ, ਇੱਥੋਂ ਤੱਕ ਕਿ ਆਪਣਾ ਗੁਜ਼ਾਰਾ ਕਰਨਾ ਵੀ ਔਖਾ ਹੋ ਗਿਆ ਤੇ ਗੁਜ਼ਾਰਾ ਕਰਨ ਲਈ ਬਹੁਤੀ ਵਾਰੀ ਆਲੇ ਦੁਆਲੇ ਚੋਂ ਪੈਸੇ ਉਧਾਰ ਲੈ ਕੇ ਕੰਮ ਚਲਾਇਆ ਕਰਦੇ ਸਨ, ਜਿਸ ਕਾਰਨ ਉਹਨਾਂ ਦੀ ਆਰਥਿਕ ਦਸ਼ਾ ਬਹੁਤ ਮਾੜੀ ਹੁੰਦੀ ਚਲੀ ਗਈ ਅਤੇ ਕਬਾਇਲੀ ਸਮਾਜ ਆਪਣੇ ਸਮਾਜ ਜਾਂ ਆਪਣੇ ਘੇਰੇ ਵਿੱਚ ਰਹਿੰਦਿਆਂ ਹੋਇਆ ਵੀ ਪਛੜਦਾ ਚਲਿਆ ਗਿਆ, ਹੋਰ ਗਰੀਬ ਹੁੰਦਾ ਚਲਿਆ ਗਿਆ। ਇੱਥੇ ਆਪਾਂ ਨੂੰ ਜੋ ਤਸਵੀਰਾਂ ਦਿਖਾਈਆਂ ਗਈਆਂ ਹਨ ਉਹਨਾਂ ਵਿੱਚ ਸਾਨੂੰ ਅਫੀਮ ਦੀ ਖੇਤੀ ਬਾਰੇ ਤੇ ਨਾਲ ਦੀ ਜਿਹੜੀ ਤਸਵੀਰ ਹੈ ਉਸ ਵਿੱਚ ਨੀਲ ਦੀ ਖੇਤੀ ਬਾਰੇ ਦੱਸਿਆ ਗਿਆ ਹੈ ਕਿ ਜੋ ਕਬਾਇਲੀ ਸਮਾਜ ਦੀਆਂ ਜ਼ਮੀਨਾਂ ਸਨ ਉਹਨਾਂ ਨੂੰ ਅੰਗਰੇਜ਼ਾਂ ਨੇ ਜਾਂ ਬਰਤਾਨਵੀ ਸ਼ਾਸਕਾਂ ਨੇ ਆਪਣੇ ਭਲੇ ਲਈ, ਆਪਣੇ ਲਾਭ ਲਈ ਵਰਤੋਂ ਵਿੱਚ ਲਿਆਉਣਾ ਸ਼ੁਰੂ ਕਰ ਦਿੱਤਾ। ਕਬਾਇਲੀ ਲੋਕ ਇਹਨਾਂ ਸਮਾਜਿਕ ਅਤੇ ਆਰਥਿਕ ਤਬਦੀਲੀਆਂ ਨੂੰ ਸਵੀਕਾਰ ਨਹੀਂ ਕਰਦੇ ਸਨ। ਉਹ ਨਹੀਂ ਚਾਹੁੰਦੇ ਸਨ ਕਿ ਉਹਨਾਂ ਦੇ ਸਮਾਜਿਕ ਖੇਤਰ ਵਿੱਚ ਜਾਂ ਆਰਥਿਕ ਜੋ ਉਹਨਾਂ ਦਾ ਆਤਮ ਨਿਰਭਰਤਾ ਦਾ ਖੇਤਰ ਹੈਗਾ ਉਸ ਵਿੱਚ ਕੋਈ ਦਖਲ ਦੇਵੇ। ਉਹ ਪੂਰੀ ਤਰ੍ਹਾਂ ਬਰਤਾਨਵੀ ਹਕੂਮਤ ਦੇ ਇਸ ਨਵੇਂ ਪ੍ਰਬੰਧ ਦੇ ਵਿਰੁੱਧ ਹੋ ਗਏ। ਇਸ ਕਾਰਨ ਉਹਨਾਂ ਨੂੰ ਗੁੱਸਾ ਸੀ ਕਿ ਬਰਤਾਨਵੀ ਲੋਕ ਉਹਨਾਂ ਦੇ ਸਮਾਜਿਕ ਢਾਂਚੇ ਨੂੰ ਵੀ ਛੇੜ ਰਹੇ ਹਨ ਅਤੇ ਆਰਥਿਕ
ਜੋ ਉਹਨਾਂ ਦਾ ਰਹਿਣ ਸਹਿਣ ਦਾ ਢੰਗ ਤਰੀਕਾ ਹੈ, ਜੋ ਕਮਾਈ ਦੇ ਸਾਧਨ ਹਨ ਜਾਂ ਜੀਵਨ ਨਿਰਵਾਹ ਕਰਨ ਦਾ ਜਿਹੜਾ ਉਹਨਾਂ ਦਾ ਢੰਗ ਹੈ, ਬਰਤਾਨਵੀ ਹਕੂਮਤ ਉਸ ਵਿੱਚ ਵੀ ਦਖਲ ਦੇ ਰਹੀ ਹੈ ਤੇ ਆਪਣੇ ਪ੍ਰਬੰਧਾਂ ਨੂੰ ਲਾਗੂ ਕਰਨ ਦੀ ਕੋਸ਼ਿਸ਼ ਕਰ ਰਹੀ ਹੈ, ਜਿਸ ਕਰਕੇ ਉਹ ਇਹਨਾਂ ਦੇ ਸਭ ਦੇ ਖਿਲਾਫ ਹੋ ਗਏ। ਕਬਾਇਲੀ ਲੋਕ ਆਰਥਿਕ ਮੰਦੀ ਦਾ ਸ਼ਿਕਾਰ ਕਿਉਂ ਹੋਏ? ਬੱਚਿਓ, ਇਸ ਪ੍ਰਸ਼ਨ ਦਾ ਉੱਤਰ ਤੁਸੀਂ ਆਪ ਲੱਭਣਾ ਹੈ ਤੇ ਆਪਣੀਆਂ ਕਾਪੀਆਂ ਤੇ ਲਿਖਣਾ ਹੈ ਅਤੇ ਆਪਣੇ ਅਧਿਆਪਕ ਸਾਹਿਬਾਨ ਨੂੰ ਫਿਰ ਅਸੀਂ ਇਹ ਚੈੱਕ ਵੀ ਕਰਵਾਉਣਾ ਹੈ। ਕਬਾਇਲੀ ਲੋਕਾਂ ਦੁਆਰਾ ਵਿਦਰੋਹ। ਕੁਦਰਤੀ ਗੱਲ ਹੈ, ਜਦੋਂ ਕੋਈ ਵੀ ਕਿਸੇ ਦੇ ਜੀਵਨ ਵਿੱਚ ਦਖਲ ਦਿੰਦਾ ਹੈ ਤਾਂ ਉੱਥੋਂ ਦਾ ਸਮਾਜ ਉਸ ਦਾ ਵਿਰੋਧ ਜ਼ਰੂਰ ਕਰਦਾ ਹੈ। ਸੋ ਇਵੇਂ ਹੀ ਕਬਾਇਲੀ ਲੋਕਾਂ ਨੇ ਵੀ ਬਰਤਾਨਵੀ ਹਕੂਮਤ ਦਾ ਵਿਰੋਧ ਕਰਨ ਦੀ ਕੋਸ਼ਿਸ਼ ਕੀਤੀ, ਜੋ ਕਿ ਵਿਦਰੋਹ ਦੇ ਰੂਪ ਵਿੱਚ ਸਾਡੇ ਸਾਹਮਣੇ ਆਉਂਦਾ ਹੈ। ਤਾਂ ਆਪਾਂ ਇੱਥੇ ਹੁਣ ਕਬਾਇਲੀ ਲੋਕਾਂ ਦੁਆਰਾ ਵਿਦਰੋਹ ਸੰਬੰਧੀ ਜਾਣਨ ਦੀ ਕੋਸ਼ਿਸ਼ ਕਰਾਂਗੇ। ਉਪਰੋਕਤ ਕਾਰਨਾਂ ਕਰਕੇ ਕਬਾਇਲੀ ਸਮਾਜ ਦੇ ਲੋਕਾਂ ਨੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਅੰਗਰੇਜ਼ੀ ਸਰਕਾਰ ਵਿਰੁੱਧ ਵਿਦਰੋਹ ਸ਼ੁਰੂ ਕਰ ਦਿੱਤਾ। ਮੱਧ ਪ੍ਰਦੇਸ਼ ਵਿੱਚ ਭੀਲ ਲੋਕਾਂ ਨੇ, ਬਿਹਾਰ ਵਿੱਚ ਮੁੰਡਾ ਲੋਕਾਂ ਨੇ ਵਿਦਰੋਹ ਕੀਤਾ। ਉੜੀਸਾ ਵਿੱਚ ਗੌਂਡ ਲੋਕਾਂ ਨੇ, ਮੇਘਾਲਿਆ ਵਿੱਚ ਖਸੀਸ ਕਬੀਲੇ ਦੇ ਲੋਕਾਂ ਨੇ ਅਤੇ ਬਿਹਾਰ ਬੰਗਾਲ ਵਿੱਚ ਸੰਥਾਲ ਕਬੀਲੇ ਦੇ ਲੋਕਾਂ ਨੇ ਭਾਰੀ ਵਿਦਰੋਹ ਕੀਤਾ। ਭਾਵ ਕਿ ਇਹਨਾਂ ਨੇ ਬਰਤਾਨਵੀ ਹਕੂਮਤ ਦੀਆਂ ਨੀਤੀਆਂ ਦਾ ਦਿਲ ਖੋਲ ਕੇ ਵਿਰੋਧ ਕੀਤਾ। ਇਹ ਚਾਹੁੰਦੇ ਨਹੀਂ ਸਨ ਕਿ ਸਾਡੇ ਸਮਾਜ ਵਿੱਚ ਜਾਂ ਸਾਡੇ ਆਤਮ ਨਿਰਭਰਤਾ ਦੇ ਖੇਤਰ ਵਿੱਚ ਕੋਈ ਹੋਰ ਹਕੂਮਤ ਦਖਲ ਦੇਵੇ। ਸੋ ਇਸ ਲਈ ਇਹਨਾਂ ਲੋਕਾਂ ਨੇ ਇਹ ਵਿਦਰੋਹ ਕੀਤਾ ਤੇ ਪੂਰੀ ਜੀ ਜਾਨ ਦੇ ਨਾਲ ਉਹਨਾਂ ਨੇ ਇਸ ਵਿਰੋਧ ਵਿੱਚ ਹਿੱਸਾ ਵੀ ਲਿਆ। ਉੱਤਰ ਪੂਰਬੀ ਖੇਤਰ ਵਿੱਚ ਕਬਾਇਲੀ ਲੋਕਾਂ ਦੁਆਰਾ ਵਿਦਰੋਹ। ਉੱਤਰ ਪੂਰਬੀ ਇਲਾਕੇ ਵਿੱਚ ਵੀ ਕਬਾਇਲੀ ਲੋਕਾਂ ਨੇ ਵਿਦਰੋਹ ਕੀਤਾ। ਉੱਤਰ ਪੂਰਬੀ ਖੇਤਰ ਵਿੱਚ ਸਭ ਤੋਂ ਪਹਿਲਾਂ ਖਸੀਸ ਕਬੀਲੇ ਦੁਆਰਾ ਵਿਦਰੋਹ ਕੀਤਾ ਗਿਆ। ਪੂਰਬ ਵਿੱਚ ਜੈਂਤੀਆ ਪਹਾੜੀਆਂ ਤੋਂ ਲੈ ਕੇ ਪੱਛਮ ਵਿੱਚ ਗਾਰੋ ਪਹਾੜੀਆਂ ਤੱਕ ਦੇ ਖੇਤਰ ਵਿੱਚ ਖਸੀਸ ਕਬੀਲੇ ਦਾ ਅਧਿਕਾਰ ਸੀ। ਇਹ ਸਾਰਾ ਕਬੀਲਾ, ਇਹ ਸਾਰਾ ਖੇਤਰ ਖਸੀਸ ਕਬੀਲੇ ਦੇ ਕੋਲ ਆਉਂਦਾ ਸੀ। ਇਸ ਤੇ ਇਹਨਾਂ ਦਾ ਦਬਦਬਾ ਸੀ। ਤੀਰਥ ਸਿੰਘ ਇਸ ਕਬੀਲੇ ਦਾ ਮੋਢੀ ਸੀ। ਉਸ ਦੀ ਅਗਵਾਈ ਵਿੱਚ ਖਸੀਸ ਕਬੀਲੇ ਦੇ ਲੋਕਾਂ ਨੇ ਆਪਣੇ ਇਲਾਕਿਆਂ ਵਿੱਚੋਂ ਬਾਹਰੀ ਲੋਕਾਂ ਨੂੰ ਉਹ ਭਜਾਉਣਾ ਚਾਹੁੰਦੇ ਸਨ। ਮਿਤੀ 5 ਮਈ 1829 ਈਸਵੀ ਨੂੰ ਖਸੀਸ ਕਬੀਲੇ ਦੇ ਲੋਕਾਂ ਨੇ ਗਾਰੋ ਕਬੀਲੇ ਦੀ ਸਹਾਇਤਾ ਨਾਲ ਬਹੁਤ ਸਾਰੇ ਯੂਰਪੀਅਨਾਂ ਅਤੇ ਬੰਗਾਲੀਆਂ ਨੂੰ ਮਾਰ ਦਿੱਤਾ। ਯੂਰਪੀਅਨ ਕਲੋਨੀਆਂ ਨੂੰ ਅੱਗ ਲਗਾ ਦਿੱਤੀ। ਸੋ ਬੱਚਿਓ, ਆਪਾਂ ਵੇਖਦੇ ਹਾਂ ਕਿ ਇਹ ਕਬੀਲੇ ਵਿਚਲੇ ਲੋਕ ਵੀ ਵਿਦਰੋਹ ਕਰਨਾ ਜਾਣਦੇ ਸਨ। ਇਹਨਾਂ ਨੂੰ ਵੀ ਮਨਜ਼ੂਰ ਨਹੀਂ ਸੀ ਕਿ ਬਰਤਾਨਵੀ ਹਕੂਮਤ ਉਹਨਾਂ ਦੇ ਸਮਾਜ ਵਿੱਚ ਦਖਲ ਦੇਵੇ। ਉਹਨਾਂ ਦੇ ਜੋ ਆਤਮ ਨਿਰਭਰਤਾ ਦਾ ਉਹਨਾਂ ਦਾ ਇੱਕ ਢੰਗ ਸੀ, ਉਸ ਵਿੱਚ ਕਿਸੇ ਢੰਗ ਦਾ ਬਰਤਾਨਵੀ ਹਕੂਮਤ ਜਾਂ ਕੋਈ ਬਾਹਰੀ ਕੌਮ ਕੋਈ ਦਖਲ ਦੇਵੇ। ਇਸ ਲਈ ਉਹਨਾਂ ਨੇ ਇਹਨਾਂ ਦਾ ਵਿਰੋਧ ਕੀਤਾ। ਇੱਥੇ ਆਪਾਂ ਨੂੰ ਦੱਸਿਆ ਗਿਆ ਕਿ 5 ਮਈ 1829 ਈਸਵੀ ਨੂੰ ਖਾਸੀਸ ਕਬੀਲੇ ਦੇ ਲੋਕਾਂ ਨੇ ਯੂਰਪੀਅਨਾਂ ਅਤੇ ਬੰਗਾਲੀਆਂ ਨੂੰ ਇੱਥੋਂ ਤੱਕ ਕਿ ਮਾਰ ਵੀ ਦਿੱਤਾ ਤੇ ਯੂਰਪੀਅਨ ਜਿਹੜੀਆਂ ਕਲੋਨੀਆਂ ਸਨ, ਜਿੱਥੇ ਯੂਰਪੀਅਨ ਲੋਕ ਰਹਿੰਦੇ ਸਨ, ਉਹਨਾਂ ਨੂੰ ਅੱਗ ਵੀ ਲਗਾ ਦਿੱਤੀ। ਤੀਰਥ ਸਿੰਘ ਹੋਰ ਪਹਾੜੀ ਕਬੀਲਿਆਂ ਜਿਵੇਂ ਪੋਟਸ, ਸਿੰਘਫੋਸ ਆਦਿ ਨੂੰ ਵਿਦੇਸ਼ੀ ਪ੍ਰਸ਼ਾਸਨ ਤੋਂ ਮੁਕਤ ਕਰਾਉਣਾ ਚਾਹੁੰਦਾ ਸੀ। ਵਿਦੇਸ਼ੀ ਹੁੰਦੇ ਜਿਹੜੇ ਦੂਜੇ ਦੇਸ਼ ਤੋਂ ਆਏ ਹੋਣ,
ਤੇ ਬਰਤਾਨਵੀ ਸਾਡੇ ਦੇਸ਼ ਵਿੱਚ ਵਿਦੇਸ਼ੀ ਸਨ, ਜਿਹੜੇ ਕਿ ਦੂਜੇ ਦੇਸ਼ ਤੋਂ ਆ ਕੇ ਸਾਡੇ ਦੇਸ਼ ਵਿੱਚ ਆਪਣਾ ਪ੍ਰਸ਼ਾਸਨ, ਆਪਣਾ ਰਾਜ ਚਲਾਉਂਦੇ ਸੀ ਅਤੇ ਸਾਨੂੰ ਉਹ ਲੁੱਟਦੇ ਸੀ ਤੇ ਵੱਖ-ਵੱਖ ਢੰਗਾਂ ਦੇ ਨਾਲ ਉਹ ਆਪਣਾ ਮੁਨਾਫਾ ਚਾਹੁੰਦੇ ਸੀ ਸਨ। ਸਾਡੇ ਤੋਂ ਉਹ ਕੰਮ ਵੀ ਕਰਵਾਉਂਦੇ ਸੀ ਘੱਟ ਮਿਹਨਤ ਦੇ ਕੇ, ਤੇ ਸਾਡੇ ਸਾਧਨ ਵੀ ਵਰਤਦੇ ਸੀ ਇੱਥੋਂ ਪੈਦਾਵਾਰ ਕਰਨ ਦੇ ਲਈ ਅਤੇ ਉਸ ਪੈਦਾਵਾਰ ਨੂੰ ਆਪਣੇ ਦੇਸ਼ ਲਿਜਾਣ ਦੇ ਲਈ, ਤੇ ਆਪਣੇ ਦੇਸ਼ ਵਿੱਚੋਂ ਉਹ ਬਣਿਆ ਮਾਲ ਫਿਰ ਭਾਰਤ ਵਿੱਚ ਲਿਆ ਕੇ ਵੇਚਦੇ ਸਨ। ਭਾਵ ਕਿ ਉਹ ਸਾਨੂੰ ਦੋਵੇਂ ਤਰ੍ਹਾਂ ਲੁੱਟ ਰਹੇ ਸਨ। ਇੱਥੋਂ ਦੇ ਵਸੀਲਿਆਂ ਨੂੰ ਵਰਤ ਕੇ ਆਪਣੇ ਉਦਯੋਗਾਂ ਲਈ ਕੱਚਾ ਮਾਲ ਵੀ ਪੈਦਾ ਕਰਦੇ ਸਨ ਤੇ ਉੱਥੋਂ ਦਾ ਬਣਿਆ ਹੋਇਆ ਮਾਲ ਭਾਰਤ ਦੀ ਮੰਡੀ ਵਿੱਚ ਆ ਕੇ ਵੇਚ ਵੀ ਦਿੱਤਾ ਜਾਂਦਾ ਸੀ। ਤਾਂ ਇਸ ਕਰਕੇ ਤੀਰਥ ਸਿੰਘ, ਜੋ ਕਿ ਪਹਾੜੀ ਕਬੀਲਿਆਂ ਲਾਗੇ ਦੇ ਉਹਦੇ ਹੋਰ ਕਬੀਲਿਆਂ ਨੂੰ ਨਾਲ ਰਲਾ ਕੇ, ਜਿਵੇਂ ਪੋਟਸ, ਸਿੰਘਫੋਸ ਆਦਿ ਕਬੀਲੇ ਸਨ, ਉਹਨਾਂ ਨੂੰ ਵੀ ਉਸਨੇ ਗੱਲ ਸਮਝਾਈ ਕਿ ਇਹ ਸਾਡੇ ਨਾਲ ਗਲਤ ਕਰ ਰਹੇ ਹਨ। ਤਾਂ ਇਸ ਕਰਕੇ ਉਹਨਾਂ ਨੇ ਫਿਰ 10,000 ਸਾਥੀਆਂ ਦੀ ਸਹਾਇਤਾ ਨਾਲ ਬਰਤਾਨਵੀ ਹਕੂਮਤ ਲਈ ਮੁਸ਼ਕਲ ਪੈਦਾ ਕਰ ਦਿੱਤੀ। ਭਾਵ ਕਿ ਉਹਨੇ ਆਪਣੇ ਸਾਥੀਆਂ ਨੂੰ ਇਕੱਠਿਆਂ ਕੀਤਾ ਅਤੇ ਬਰਤਾਨਵੀ ਹਕੂਮਤ ਦੇ ਵਿਰੁੱਧ ਵਿਦਰੋਹ ਕਰ ਦਿੱਤਾ। ਭਾਵ ਕਿ ਉਹਨਾਂ ਦੀਆਂ ਨੀਤੀਆਂ ਨੂੰ ਨਾ ਮੰਨਣ ਦਾ ਤਹੱਈਆ ਕਰ ਲਿਆ, ਜਿਸ ਕਰਕੇ ਬਰਤਾਨਵੀ ਲੋਕ ਇਹਨਾਂ ਕਬੀਲਿਆਂ ਤੋਂ ਨਾ ਖੁਸ਼ ਹੋ ਗਏ। ਦੂਜੇ ਪਾਸੇ ਬਰਤਾਨਵੀ ਸੈਨਿਕਾਂ ਨੇ ਖਾਸੀਸ ਪਿੰਡਾਂ ਨੂੰ ਇੱਕ ਇੱਕ ਕਰਕੇ ਅੱਗ ਲਗਾ ਦਿੱਤੀ। ਇਹ ਹੁਣ ਬਰਤਾਨਵੀ ਸੈਨਿਕਾਂ ਦਾ ਜਾਂ ਬਰਤਾਨਵੀ ਹਕੂਮਤ ਦਾ ਇੱਕ ਰਿਐਕਸ਼ਨ ਸੀਗਾ, ਇੱਕ ਬਦਲੇ ਦੇ ਵਿੱਚ ਕੀਤੀ ਹੋਈ ਕਾਰਵਾਈ ਸੀਗੀ ਕਿ ਉਹਨਾਂ ਨੇ ਖਾਸੀਸ ਪਿੰਡਾਂ ਦੇ ਨੂੰ ਇੱਕ ਇੱਕ ਕਰਕੇ ਅੱਗ ਲਗਾਉਣੀ ਸ਼ੁਰੂ ਕਰ ਦਿੱਤੀ। ਭਾਵ ਕਿ ਲੋਕਾਂ ਨੂੰ ਤੰਗ ਕਰਨਾ ਸ਼ੁਰੂ ਕਰ ਦਿੱਤਾ। ਤੇ ਅੰਤ ਵਿੱਚ 1833 ਈਸਵੀ ਵਿੱਚ ਤੀਰਥ ਸਿੰਘ ਨੇ ਬਰਤਾਨਵੀ ਸੈਨਾ ਅੱਗੇ ਹਥਿਆਰ ਸੁੱਟ ਦਿੱਤੇ, ਭਾਵ ਕਿ ਆਪਣੇ ਆਪ ਨੂੰ ਸਮਰਪਣ ਕਰ ਦਿੱਤਾ। ਸੋ ਬੱਚਿਓ, ਇਸ ਤਰ੍ਹਾਂ ਉਹਨਾਂ ਨੇ ਕੋਸ਼ਿਸ਼ ਕੀਤੀ ਕਿ ਬਰਤਾਨਵੀ ਹਕੂਮਤ ਦੀਆਂ ਗਲਤ ਨੀਤੀਆਂ ਦਾ ਵਿਦਰੋਹ ਕਰੀਏ ਅਤੇ ਇਸ ਦੇ ਲਈ ਉਹ ਇਕੱਠੇ ਹੋ ਕੇ ਲੜੇ ਵੀ ਅਤੇ ਜੀ ਜਾਨ ਨਾਲ ਲੜੇ। ਅਤੇ ਅੰਤ ਜਦੋਂ ਪੇਸ਼ ਨਾ ਗਈ ਤੀਰਥ ਸਿੰਘ ਕੋਲੇ, ਕਿਉਂਕਿ ਪੁਰਾਣੇ ਢੰਗਾਂ ਦੇ ਨਾਲ ਲੜਨਾ ਤੇ ਇੱਕ ਹਕੂਮਤ ਨਾਲ ਲੜਨਾ ਬੜੀ ਔਖੀ ਗੱਲ ਹੈ, ਤੇ ਉਸਨੇ ਫਿਰ 1833 ਵਿੱਚ ਬਰਤਾਨਵੀ ਸੈਨਾ ਅੱਗੇ ਹਥਿਆਰ ਸੁੱਟ ਦਿੱਤੇ। ਤਾਂ ਹੁਣ ਸਾਡੇ ਕੋਲੇ ਇੱਕ ਛੋਟਾ ਜਿਹਾ ਪ੍ਰਸ਼ਨ ਹੈ ਕਿ ਜਿਹੜੇ ਕਬੀਲਿਆਂ ਨੇ ਅੰਗਰੇਜ਼ਾਂ ਵਿਰੁੱਧ ਵਿਦਰੋਹ ਕੀਤਾ ਸੀ, ਉਹਨਾਂ ਦੀ ਸੂਚੀ ਬਣਾਓ। ਸੋ ਬੱਚਿਓ, ਇਹ ਸੂਚੀ ਤੁਸੀਂ ਆਪਣੀਆਂ ਕਾਪੀਆਂ ਦੇ ਵਿੱਚ ਬਣਾਉਣੀ ਹੈ ਅਤੇ ਆਪਣੇ ਅਧਿਆਪਕ ਸਾਹਿਬਾਨ ਤੋਂ ਫਿਰ ਇਸ ਨੂੰ ਚੈੱਕ ਕਰਾਉਣਾ ਹੈ। ਸੋ ਇਹ ਥੋੜਾ ਜਿਹਾ ਸਾਡੇ ਕੋਲੇ ਇਸ ਭਾਗ ਵਿੱਚ ਆਪਾਂ ਜਾਣਨ ਦੀ ਕੋਸ਼ਿਸ਼ ਕੀਤੀ ਕਿ 19ਵੀਂ ਸਦੀ ਵਿੱਚ ਕਬਾਇਲੀ ਸਮਾਜ ਅਤੇ ਉਸ ਦੀ ਆਰਥਿਕ ਦਸ਼ਾ ਵਿੱਚ ਕਿਵੇਂ ਤਬਦੀਲੀਆਂ ਹੋਈਆਂ, ਤੇ ਇਸ ਸਭ ਨੂੰ ਦੁਬਾਰਾ ਜਾਣਨ ਲਈ ਆਪਾਂ ਇੱਕ ਛੋਟੇ ਜਿਹੇ ਪ੍ਰਸ਼ਨ ਉੱਤਰ ਵਿਧੀ ਵਿੱਚੋਂ ਨਿਕਲਾਂਗੇ, ਤਾਂ ਕਿ ਅਸੀਂ ਸਾਰੇ ਜਿੰਨਾ ਅਸੀਂ ਹੁਣ ਤੱਕ ਪੜ੍ਹਿਆ ਹੈ ਭਾਗ ਦੂਜੇ ਵਿੱਚ ਕਿ 19ਵੀਂ ਸਦੀ ਵਿੱਚ ਕਬਾਇਲੀ ਸਮਾਜ ਅਤੇ ਉਸ ਦੀ ਆਰਥਿਕ ਦਸ਼ਾ ਦੀਆਂ ਤਬਦੀਲੀਆਂ ਕਿਵੇਂ ਹੋਈਆਂ, ਉਸ ਬਾਰੇ ਅਸੀਂ ਇਸ ਛੋਟੇ ਛੋਟੇ ਪ੍ਰਸ਼ਨਾਂ ਰਾਹੀਂ ਜਾਣਨ ਦੀ ਕੋਸ਼ਿਸ਼ ਕਰੀਏ। ਸੋ ਆਓ, ਸਭ ਤੋਂ ਪਹਿਲਾਂ ਆਪਣੇ ਪਾਸ ਹੈ ਬਹੁ ਵਿਕਲਪੀ ਪ੍ਰਸ਼ਨ। ਇਸ ਵਿੱਚ ਬੱਚਿਓ ਆਪਾਂ ਕੋਲ ਸਭ ਤੋਂ ਪਹਿਲਾ ਪ੍ਰਸ਼ਨ ਹੈ ਕਿ ਬਰਤਾਨਵੀ ਰਾਜ ਸਮੇਂ ਕਬਾਇਲੀ ਸਮਾਜ ਦੇ ਲੋਕ ਸਨ। ਇਸ ਵਿੱਚ ਆਪਾਂ ਨੂੰ 4 ਆਪਸ਼ਨਸ ਦਿੱਤੀਆਂ ਗਈਆਂ ਹਨ। ਇਹਨਾਂ ਚੋਂ ਆਪਾਂ ਕੋਈ ਇੱਕ ਠੀਕ ਚੁਣਨੀ ਹੈ। ਊੜੇ ਤੇ ਹੈ ਗਰੀਬ, ਐੜੇ ਤੇ ਹੈ ਸਭ ਤੋਂ ਵੱਧ ਗਰੀਬ, ਈੜੀ ਤੇ ਹੈ ਅਮੀਰ, ਸੱਸੇ ਤੇ ਹੈ ਇਹਨਾਂ ਵਿੱਚੋਂ ਕੋਈ ਨਹੀਂ। ਸੋ ਇਸ ਦਾ ਉੱਤਰ ਹੋਵੇਗਾ ਐੜਾ, ਸਭ ਤੋਂ ਵੱਧ ਗਰੀਬ, ਕਿ ਬਰਤਾਨਵੀ ਰਾਜ ਸਮੇਂ ਕਬਾਇਲੀ ਸਮਾਜ ਦੇ ਲੋਕ ਸਭ ਤੋਂ ਵੱਧ ਗਰੀਬ ਸਨ। ਫਿਰ ਸਾਡੇ ਕੋਲ ਪ੍ਰਸ਼ਨ ਨੰਬਰ 2 ਹੈ, ਬਰਤਾਨਵੀ ਸ਼ਾਸਕਾਂ ਨੇ ਕਬਾਇਲੀ ਖੇਤਰਾਂ ਦੀ ਜ਼ਮੀਨ ਉੱਤੇ ਕਬਜ਼ਾ ਕਰ ਲਿਆ। ਤਾਂ ਇਸ ਦੇ ਫਿਰ ਸਾਡੇ ਕੋਲ 4 ਵਿਕਲਪ ਹਨ। ਊੜਾ ਹੈ ਨੀਲ ਦੀ ਖੇਤੀ ਲਈ, ਐੜਾ ਹੈ ਅਫੀਮ ਦੀ ਖੇਤੀ ਲਈ, ਈੜੀ ਹੈ ਅਫੀਮ ਅਤੇ ਨੀਲ ਦੀ ਖੇਤੀ ਲਈ,
ਤੇ ਸੱਸਾ ਹੈ ਇਹਨਾਂ ਚੋਂ ਕੋਈ ਵੀ ਨਹੀਂ। ਤਾਂ ਇਸ ਦਾ ਜੋ ਸਹੀ ਉੱਤਰ ਹੈ ਉਹ ਬਚੋ ਹੈ ਈੜੀ, ਅਫੀਮ ਅਤੇ ਨੀਲ ਦੀ ਖੇਤੀ ਲਈ। ਸੋ ਹੁਣ ਸਾਡੇ ਕੋਲ ਤੀਸਰਾ ਪ੍ਰਸ਼ਨ ਹੈ, ਉੱਤਰ ਪੂਰਬੀ ਖੇਤਰ ਵਿੱਚ ਸਭ ਤੋਂ ਪਹਿਲਾਂ ਇਸ ਕਬੀਲੇ ਨੇ ਵਿਦਰੋਹ ਕੀਤਾ। ਤਾਂ ਇਹਦੇ ਫਿਰ ਸਾਡੇ ਕੋਲ 4 ਵਿਕਲਪ ਹਨ। ਊੜਾ ਹੈ ਗੌਂਡ ਕਬੀਲਾ, ਐੜਾ ਹੈ ਭੀਲ ਕਬੀਲਾ, ਈੜੀ ਹੈ ਖਾਸੀਸ ਕਬੀਲਾ, ਸੱਸਾ ਹੈ ਉਪਰੋਕਤ ਸਾਰੇ। ਤਾਂ ਇਸ ਵਿੱਚੋਂ ਜੋ ਸਹੀ ਹੈ ਉਹ ਹੈ ਈੜੀ, ਖਾਸੀਸ ਕਬੀਲਾ। ਪ੍ਰਸ਼ਨ ਨੰਬਰ ਸਾਡੇ ਕੋਲ 4 ਹੈ, ਤੀਰਥ ਸਿੰਘ ਕਬੀਲਿਆਂ ਨੂੰ ਮੁਕਤ ਕਰਾਉਣਾ ਚਾਹੁੰਦਾ ਸੀ। ਊੜੇ ਤੇ ਵਿਕਲਪ ਹੈ ਵਿਦੇਸ਼ੀ ਪ੍ਰਸ਼ਾਸਨ, ਐੜੇ ਤੇ ਹੈ ਜ਼ਮੀਂਦਾਰ, ਈੜੀ ਤੇ ਹੈ ਹੋਰ ਕਬੀਲੇ, ਸੱਸੇ ਤੇ ਹੈ ਇਹਨਾਂ ਚੋਂ ਕੋਈ ਨਹੀਂ। ਤਾਂ ਇਸ ਦਾ ਜੋ ਸਹੀ ਉੱਤਰ ਹੈ ਬੱਚਿਓ ਉਹ ਸਾਡੇ ਪਾਸ ਹੈ ਊੜਾ, ਵਿਦੇਸ਼ੀ ਪ੍ਰਸ਼ਾਸਨ। ਇਸ ਤਰ੍ਹਾਂ ਇਹ ਸਾਡੇ ਕੋਲੇ ਬਹੁ ਵਿਕਲਪੀ ਪ੍ਰਸ਼ਨ ਸਨ। ਹੁਣ ਅਸੀਂ ਖਾਲੀ ਥਾਵਾਂ ਰਾਹੀਂ ਇਸ ਆਪਣੇ ਜੋ ਅੱਜ ਦਾ ਭਾਗ 2 ਹੈ 19ਵੀਂ ਸਦੀ ਵਿੱਚ ਕਬਾਇਲੀ ਸਮਾਜ ਅਤੇ ਉਸ ਦੀ ਆਰਥਿਕ ਦਸ਼ਾ ਵਿੱਚ ਤਬਦੀਲੀਆਂ ਬਾਰੇ ਜਾਣਨ ਦੀ ਕੋਸ਼ਿਸ਼ ਕਰਾਂਗੇ। ਸਭ ਤੋਂ ਪਹਿਲਾਂ ਸਾਡੇ ਪਾਸ ਹੈ ਕਿ ਬਰਤਾਨਵੀ ਰਾਜ ਸਮੇਂ ਪੁਰਾਣੇ ਸਮਾਜਿਕ ਅਤੇ ਡੈਸ਼ ਢਾਂਚੇ ਨੂੰ ਬਦਲ ਦਿੱਤਾ ਗਿਆ। ਤਾਂ ਇਸ ਵਿੱਚ ਬੱਚਿਓ ਆਏਗਾ, ਇਸ ਖਾਲੀ ਥਾਂ ਵਿੱਚ ਸਾਡੇ ਕੋਲੇ ਆਏਗਾ ਆਰਥਿਕ। ਬਰਤਾਨਵੀ ਰਾਜ ਸਮੇਂ ਪੁਰਾਣੇ ਸਮਾਜਿਕ ਅਤੇ ਆਰਥਿਕ ਢਾਂਚੇ ਨੂੰ ਬਦਲ ਦਿੱਤਾ ਗਿਆ। ਫਿਰ ਸਾਡੇ ਕੋਲ 2 ਨੰਬਰ ਤੇ ਹੈ, ਬਰਤਾਨਵੀ ਸਰਕਾਰ ਨੇ ਆਪਣੇ ਆਰਥਿਕ ਹਿੱਤਾਂ ਕਾਰਨ ਫਸਲਾਂ ਦਾ ਡੈਸ਼ ਕਰ ਦਿੱਤਾ। ਤਾਂ ਇਸ ਦਾ ਜੋ ਅਸੀਂ ਖਾਲੀ ਥਾਂ ਵਿੱਚ ਸਹੀ ਉੱਤਰ ਭਰਾਂਗੇ ਉਹ ਹੈ ਵਣਜੀਕਰਨ। ਫਿਰ ਸਾਡੇ ਕੋਲੇ ਨੰਬਰ 3 ਤੇ ਹੈ, ਕਬਾਇਲੀ ਲੋਕਾਂ ਨੂੰ ਬਹੁਤ ਘੱਟ ਡੈਸ਼ ਦਿੱਤੀ ਜਾਂਦੀ ਸੀ। ਤਾਂ ਇਸ ਵਿੱਚ ਲਿਖਾਂਗੇ ਅਸੀਂ ਕਿ ਕਬਾਇਲੀ ਲੋਕਾਂ ਨੂੰ ਬਹੁਤ ਘੱਟ ਮਜ਼ਦੂਰੀ ਦਿੱਤੀ ਜਾਂਦੀ ਸੀ। ਇਸ ਖਾਲੀ ਥਾਂ ਵਿੱਚ ਆਵੇਗਾ ਮਜ਼ਦੂਰੀ। ਫਿਰ ਨੰਬਰ 4 ਤੇ ਹੈ ਸਾਡੇ ਕੋਲੇ, ਕਬਾਇਲੀ ਲੋਕ ਅੰਗਰੇਜ਼ਾਂ ਦੁਆਰਾ ਕੀਤੀਆਂ ਤਬਦੀਲੀਆਂ ਨੂੰ ਡੈਸ਼ ਨਹੀਂ ਕਰਦੇ ਸਨ। ਤਾਂ ਇਸ ਵਿੱਚ ਆਵੇਗਾ ਸਵੀਕਾਰ। ਕਬਾਇਲੀ ਲੋਕ ਅੰਗਰੇਜ਼ਾਂ ਦੁਆਰਾ ਕੀਤੀਆਂ ਤਬਦੀਲੀਆਂ ਨੂੰ ਸਵੀਕਾਰ ਨਹੀਂ ਕਰਦੇ ਸਨ। ਫਿਰ ਸਾਡੇ ਕੋਲੇ ਹੈ ਨੰਬਰ 5 ਤੇ ਬੱਚਿਓ, ਕਬਾਇਲੀ ਸਮਾਜ ਦੇ ਲੋਕਾਂ ਨੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਡੈਸ਼ ਸਰਕਾਰ ਵਿਰੁੱਧ ਵਿਦਰੋਹ ਕਰ ਦਿੱਤਾ। ਤਾਂ ਇਸ ਵਿੱਚ ਆਏਗਾ ਅੰਗਰੇਜ਼ੀ ਸਰਕਾਰ। ਕਬਾਇਲੀ ਸਮਾਜ ਦੇ ਲੋਕਾਂ ਨੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਅੰਗਰੇਜ਼ੀ ਸਰਕਾਰ ਵਿਰੁੱਧ ਵਿਦਰੋਹ ਕਰ ਦਿੱਤਾ। ਫਿਰ ਸਾਡੇ ਕੋਲ 6 ਨੰਬਰ ਤੇ ਹੈ, ਤੀਰਥ ਸਿੰਘ ਖਸੀਸ ਕਬੀਲੇ ਦਾ ਡੈਸ਼ ਸੀ। ਤਾਂ ਇਸ ਵਿੱਚ ਆਏਗਾ ਬੱਚਿਓ ਮੋਢੀ। ਤੀਰਥ ਸਿੰਘ ਖਸੀਸ ਕਬੀਲੇ ਦਾ ਮੋਢੀ ਸੀ। ਫਿਰ ਨੰਬਰ 7 ਤੇ ਹੈ ਸਾਡੇ ਕੋਲੇ, ਤੀਰਥ ਸਿੰਘ ਨੇ ਬਰਤਾਨਵੀ ਸੈਨਾ ਅੱਗੇ ਡੈਸ਼ ਸੁੱਟ ਦਿੱਤੇ। ਤਾਂ ਇਸ ਵਿੱਚ ਆਏਗਾ ਹਥਿਆਰ। ਤੀਰਥ ਸਿੰਘ ਨੇ ਬਰਤਾਨਵੀ ਸੈਨਾ ਅੱਗੇ ਹਥਿਆਰ ਸੁੱਟ ਦਿੱਤੇ। ਸੋ ਇਸ ਤਰ੍ਹਾਂ ਇਹ ਸਾਡੇ ਕੋਲੇ ਖਾਲੀ ਥਾਵਾਂ ਸਨ ਜਿਨ੍ਹਾਂ ਦੇ ਜ਼ਰੀਏ ਅਸੀਂ ਇਸ ਪਾਠ ਨੂੰ ਹੋਰ ਚੰਗੀ ਤਰ੍ਹਾਂ ਸਮਝਣ ਦੀ ਕੋਸ਼ਿਸ਼ ਕੀਤੀ। ਹੁਣ ਸਾਡੇ ਕੋਲੇ ਛੋਟੇ-ਛੋਟੇ ਪ੍ਰਸ਼ਨ ਹਨ ਜਿਨ੍ਹਾਂ ਦਾ ਅਸੀਂ ਉੱਤਰ 1 ਤੋਂ 15 ਸ਼ਬਦਾਂ ਵਿੱਚ ਦੇਣਾ ਹੈ। ਸੋ ਸਭ ਤੋਂ ਪਹਿਲਾ ਪ੍ਰਸ਼ਨ ਹੈ ਬੱਚਿਓ, ਬਰਤਾਨਵੀ ਰਾਜ ਸਮੇਂ ਕਬਾਇਲੀ ਸਮਾਜ ਦੇ ਲੋਕ ਕਿਹੋ ਜਿਹੇ ਸਨ? ਪ੍ਰਸ਼ਨ ਮੈਂ ਦੁਹਰਾ ਦੇਵਾਂ, ਬਰਤਾਨਵੀ ਰਾਜ ਸਮੇਂ ਕਬਾਇਲੀ ਸਮਾਜ ਦੇ ਲੋਕ ਕਿਹੋ ਜਿਹੇ ਸਨ? ਤਾਂ ਇਸ ਦਾ ਉੱਤਰ ਹੈ ਕਿ ਸਭ ਤੋਂ ਵੱਧ ਕਰੀਬ, ਬਹੁਤ ਕਰੀਬ ਲੋਕ ਸਨ। ਫਿਰ ਸਾਡੇ ਕੋਲੇ ਪ੍ਰਸ਼ਨ ਨੰਬਰ 2 ਹੈ, ਬਰਤਾਨਵੀ ਰਾਜ ਸਮੇਂ ਕਿਹੜੇ ਪੁਰਾਣੇ ਢਾਂਚੇ ਨੂੰ ਬਦਲ ਦਿੱਤਾ ਗਿਆ? ਬਰਤਾਨਵੀ ਰਾਜ ਸਮੇਂ ਕਿਹੜੇ ਪੁਰਾਣੇ ਢਾਂਚੇ ਨੂੰ
ਬਦਲ ਦਿੱਤਾ ਗਿਆ, ਤਾਂ ਇਸ ਦਾ ਉੱਤਰ ਹੈ ਸਮਾਜਿਕ ਅਤੇ ਆਰਥਿਕ ਢਾਂਚੇ ਨੂੰ। ਫਿਰ ਸਾਡੇ ਕੋਲੇ ਪ੍ਰਸ਼ਨ ਨੰਬਰ 3 ਹੈ, ਕਬਾਇਲੀ ਲੋਕਾਂ ਨੂੰ ਮਜ਼ਦੂਰੀ ਕਿੰਨੀ ਦਿੱਤੀ ਜਾਂਦੀ ਸੀ? ਕਬਾਇਲੀ ਲੋਕਾਂ ਨੂੰ ਮਜ਼ਦੂਰੀ ਕਿੰਨੀ ਦਿੱਤੀ ਜਾਂਦੀ ਸੀ? ਤਾਂ ਇਸ ਦਾ ਉੱਤਰ ਹੈ ਬਹੁਤ ਘੱਟ। ਫਿਰ ਸਾਡੇ ਕੋਲੇ ਬੱਚੋ ਪ੍ਰਸ਼ਨ ਨੰਬਰ 4 ਹੈ, ਕਬਾਇਲੀ ਲੋਕ ਕਿਸ ਦੇ ਵਿਰੁੱਧ ਸਨ? ਤਾਂ ਇਸ ਦਾ ਉੱਤਰ ਹੈ ਬਰਤਾਨਵੀ ਹਕੂਮਤ ਦੇ ਨਵੇਂ ਪ੍ਰਬੰਧ ਦੇ ਵਿਰੁੱਧ ਸਨ। ਫਿਰ ਸਾਡੇ ਕੋਲੇ ਪ੍ਰਸ਼ਨ ਨੰਬਰ 5 ਹੈ ਕਿ ਮੱਧ ਪ੍ਰਦੇਸ਼ ਅਤੇ ਬਿਹਾਰ ਦੇ ਲੋਕਾਂ ਨੇ ਮੱਧ ਪ੍ਰਦੇਸ਼ ਅਤੇ ਬਿਹਾਰ ਦੇ ਕਿਹੜੇ ਲੋਕਾਂ ਨੇ ਵਿਦਰੋਹ ਕੀਤਾ? ਤਾਂ ਇਸ ਦਾ ਸਹੀ ਉੱਤਰ ਹੈ ਮੱਧ ਪ੍ਰਦੇਸ਼ ਦੇ ਭੀਲ ਅਤੇ ਬਿਹਾਰ ਦੇ ਮੁੰਡਾ ਲੋਕਾਂ ਨੇ ਵਿਦਰੋਹ ਕੀਤਾ। ਫਿਰ ਸਾਡੇ ਕੋਲੇ ਹੈ ਕਿ ਉੱਤਰ ਪੂਰਬੀ ਖੇਤਰ ਵਿੱਚ ਸਭ ਤੋਂ ਪਹਿਲਾਂ ਕਿਹੜੇ ਕਬੀਲੇ ਦੁਆਰਾ ਵਿਦਰੋਹ ਕੀਤਾ ਗਿਆ? ਪ੍ਰਸ਼ਨ ਆਪਾਂ ਦੁਹਰਾ ਦਈਏ ਕਿ ਉੱਤਰ ਪੂਰਬੀ ਖੇਤਰ ਵਿੱਚ ਸਭ ਤੋਂ ਪਹਿਲਾਂ ਕਿਹੜੇ ਕਬੀਲੇ ਦੁਆਰਾ ਵਿਦਰੋਹ ਕੀਤਾ ਗਿਆ? ਤਾਂ ਇਸ ਦਾ ਉੱਤਰ ਹੈ ਬੱਚਿਓ ਖਾਸੀਸ ਕਬੀਲੇ ਦੁਆਰਾ। ਸੋ ਇਸ ਤਰ੍ਹਾਂ ਇਹ ਸਾਡੇ ਕੋਲੇ ਛੋਟੇ ਛੋਟੇ ਪ੍ਰਸ਼ਨ ਸਨ, ਜਿਨ੍ਹਾਂ ਦੇ ਰਾਹੀਂ ਆਪਾਂ ਇਸ ਪਾਠ ਦੇ ਇਸ ਭਾਗ ਨੂੰ ਹੋਰ ਚੰਗੀ ਤਰ੍ਹਾਂ ਸਮਝ ਸਕਦੇ ਹਾਂ। ਹੁਣ ਸਾਡੇ ਕੋਲੇ ਵਾਕ ਦਿੱਤੇ ਹੋਏ ਹਨ, ਆਪਾਂ ਦੱਸਣਾ ਹੈ ਕਿ ਉਹ ਸਹੀ ਹਨ ਜਾਂ ਗਲਤ ਹਨ। ਸਹੀ ਸਾਹਮਣੇ ਅਸੀਂ ਸਹੀ ਦਾ ਨਿਸ਼ਾਨ ਲਗਾਵਾਂਗੇ, ਗਲਤ ਦੇ ਸਾਹਮਣੇ ਆਪਾਂ ਕ੍ਰਾਸ ਦਾ ਨਿਸ਼ਾਨ ਲਗਾਵਾਂਗੇ। ਸੋ ਸਭ ਤੋਂ ਪਹਿਲਾਂ ਹੈ ਆਪਣੇ ਪਾਸ ਕਿ ਬਰਤਾਨਵੀ ਰਾਜ ਸਮੇਂ ਕਬਾਇਲੀ ਸਮਾਜ ਦੇ ਲੋਕ ਸਭ ਤੋਂ ਗਰੀਬ ਸਨ। ਬਰਤਾਨਵੀ ਰਾਜ ਸਮੇਂ ਕਬਾਇਲੀ ਸਮਾਜ ਦੇ ਲੋਕ ਸਭ ਤੋਂ ਗਰੀਬ ਸਨ। ਤਾਂ ਇਸ ਦਾ ਉੱਤਰ ਹੈ ਸਹੀ, ਬਈ ਇਹ ਠੀਕ ਹੈ। ਉਸ ਤੋਂ ਅੱਗੇ ਸਾਡੇ ਕੋਲੇ ਹੈ ਬਰਤਾਨਵੀ ਸਰਕਾਰ ਨੇ ਆਪਣੇ ਆਰਥਿਕ ਹਿੱਤਾਂ ਕਾਰਨ ਫਸਲਾਂ ਦਾ ਵਣਜੀਕਰਨ ਕਰ ਦਿੱਤਾ। ਬਰਤਾਨਵੀ ਸਰਕਾਰ ਨੇ ਆਪਣੇ ਆਰਥਿਕ ਹਿੱਤਾਂ ਕਾਰਨ ਫਸਲਾਂ ਦਾ ਵਣਜੀਕਰਨ ਕਰ ਦਿੱਤਾ। ਤਾਂ ਇਸ ਦਾ ਉੱਤਰ ਹੈ ਸਹੀ, ਇਸ ਨੂੰ ਵੀ ਅਸੀਂ ਟਿਕ ਕਰਾਂਗੇ। ਉਸ ਤੋਂ ਅੱਗੇ ਹੈ ਬਰਤਾਨਵੀ ਸ਼ਾਸਕਾਂ ਨੇ ਕਣਕ ਅਤੇ ਚਾਵਲ ਦੀ ਖੇਤੀ ਕਰਨ ਲਈ ਕਬਾਇਲੀ ਖੇਤਰਾਂ ਦੀ ਜ਼ਮੀਨ ਉੱਤੇ ਕਬਜ਼ਾ ਕਰ ਲਿਆ। ਤਾਂ ਇਸ ਦਾ ਉੱਤਰ ਹੈ ਬੱਚਿਓ ਗਲਤ। ਉਹਨਾਂ ਨੇ ਵਪਾਰੀਕਰਨ ਕਰਕੇ ਨੀਲ ਅਤੇ ਅਫੀਮ ਦੀ ਖੇਤੀ ਲਈ ਜ਼ਮੀਨਾਂ ਗ੍ਰਹਿਣ ਕੀਤੀਆਂ ਸੀ ਜਾਂ ਜ਼ਮੀਨਾਂ ਤੇ ਕਬਜ਼ਾ ਕੀਤਾ ਸੀ। ਉਸ ਤੋਂ ਬਾਅਦ ਸਾਡੇ ਕੋਲ ਹੈ ਨੰਬਰ 4 ਤੇ ਕਿ ਮੇਘਾਲਿਆ ਵਿੱਚ ਖਾਸੀਸ ਕਬੀਲੇ ਦੇ ਲੋਕਾਂ ਨੇ ਅੰਗਰੇਜ਼ਾਂ ਵਿਰੁੱਧ ਵਿਦਰੋਹ ਨਹੀਂ ਕੀਤਾ। ਤਾਂ ਇਸ ਦਾ ਉੱਤਰ ਹੈ ਬੱਚਿਓ ਸਾਡੇ ਕੋਲੇ ਗਲਤ। ਫਿਰ ਨੰਬਰ 5 ਤੇ ਹੈ ਮਜ਼ਦੂਰਾਂ ਨੇ ਗੁਜ਼ਾਰਾ ਕਰਨ ਲਈ ਪੈਸਾ ਉਧਾਰ ਲੈਣਾ ਸ਼ੁਰੂ ਕਰ ਦਿੱਤਾ। ਤਾਂ ਇਸ ਦਾ ਉੱਤਰ ਹੈ ਸਹੀ। 6 ਨੰਬਰ ਤੇ ਹੈ ਆਪਣੇ ਕੋਲੇ ਕਿ ਕਬਾਇਲੀ ਲੋਕ ਆਰਥਿਕ ਮੰਦਹਾਲੀ ਦਾ ਸ਼ਿਕਾਰ ਹੋ ਗਏ। ਤਾਂ ਇਸ ਦਾ ਉੱਤਰ ਹੈ ਸਹੀ। ਇਸ ਤਰ੍ਹਾਂ ਬੱਚਿਓ ਇਹ ਸਾਡੇ ਕੋਲ ਸਹੀ ਗਲਤ ਸਨ। ਤੇ ਆਓ ਆਪਾਂ ਹੁਣ ਸਹੀ ਮਿਲਾਨ ਰਾਹੀਂ ਸਹੀ ਸ਼ਬਦਾਂ ਨੂੰ ਜਾਣਨ ਦਾ ਯਤਨ ਕਰੀਏ। ਆਪਾਂ ਦੇਖਾਂਗੇ ਕਿ ਸਾਨੂੰ ਭਾਗ ਊੜਾ ਦੇ ਵਿੱਚ ਮੇਘਾਲਿਆ, ਬਿਹਾਰ, ਜੈਂਤੀਆ, ਬਰਤਾਨਵੀ, ਕਬਾਇਲੀ ਵਣਜੀਕਰਨ ਦਿੱਤੇ ਹੋਏ ਹਨ। ਫਿਰ ਸਾਡੇ ਕੋਲ ਐੜੇ ਭਾਗ ਵਿੱਚ ਹੈ ਮੁੰਡਾ, ਖਸੀਸ ਕਬੀਲਾ, ਫਸਲਾਂ, ਪਹਾੜੀਆਂ,
ਰਾਜ, ਸਮਾਜ। ਅਸੀਂ ਊੜੇ ਭਾਗ ਦਾ ਐੜੇ ਭਾਗ ਨਾਲ ਮਿਲਾਨ ਕਰਨਾ ਹੈ। ਸੋ ਸਭ ਤੋਂ ਪਹਿਲਾਂ ਹੁਣ ਸਾਡੇ ਕੋਲ ਊੜੇ ਭਾਗ ਵਿੱਚ ਮੇਘਾਲਿਆ ਹੈ, ਤਾਂ ਇਸ ਦਾ ਐੜੇ ਭਾਗ ਵਿੱਚ ਸਾਡੇ ਕੋਲ ਮਿਲਾਨ ਹੋਏਗਾ ਖਾਸੀਸ ਕਬੀਲਾ, ਕਿਉਂਕਿ ਮੇਘਾਲਿਆ ਦੇ ਵਿੱਚ ਖਾਸੀਸ ਕਬੀਲਾ ਮਸ਼ਹੂਰ ਸੀ ਤੇ ਤੀਰਥ ਸਿੰਘ ਉਸ ਦਾ ਮੋਢੀ ਸੀ। ਫਿਰ ਅੱਗੇ ਹੈ ਸਾਡੇ ਕੋਲੇ ਬਿਹਾਰ, ਤਾਂ ਬਿਹਾਰ ਰਾਜ ਦਾ ਜੋ ਮੁੱਖ ਕਬੀਲਾ ਸੀ ਉਹ ਮੁੰਡਾ ਕਬੀਲਾ ਸੀ, ਇਸ ਲਈ ਬਿਹਾਰ ਊੜੇ ਦਾ ਮਿਲਾਨ ਅਸੀਂ ਐੜੇ ਦੇ ਮੁੰਡਾ ਨਾਲ ਕਰਾਂਗੇ। ਫਿਰ ਸਾਡੇ ਕੋਲੇ ਹੈ ਜੈਂਤੀਆ, ਇਹ ਪਹਾੜੀਆਂ ਹਨ, ਸੋ ਐੜੇ ਭਾਗ ਦੇ ਨਾਲ ਅਸੀਂ ਪਹਾੜੀਆਂ ਦੇ ਨਾਲ ਇਸ ਦਾ ਮਿਲਾਨ ਕਰਾਂਗੇ। ਫਿਰ ਸਾਡੇ ਕੋਲੇ ਹੈ ਬਰਤਾਨਵੀ, ਬਰਤਾਨਵੀ ਐੜਾ ਭਾਗ ਦੇ ਰਾਜ ਨਾਲ ਅਸੀਂ ਮਿਲਾਨ ਕਰਾਂਗੇ, ਬਰਤਾਨਵੀ ਰਾਜ। ਫਿਰ ਸਾਡੇ ਕੋਲੇ ਹੈ ਕਬਾਇਲੀ, ਕਬਾਇਲੀ ਸਮਾਜ, ਐੜੇ ਭਾਗ ਦੇ ਅਸੀਂ ਸਮਾਜ ਨਾਲ ਇਸ ਦਾ ਮਿਲਾਨ ਕਰਾਂਗੇ। ਤੇ ਸਭ ਤੋਂ ਬਾਅਦ ਸਾਡੇ ਪਾਸ ਹੈ ਵਣਜੀਕਰਨ, ਸੋ ਵਣਜੀਕਰਨ ਦਾ ਸੰਬੰਧ ਫਸਲਾਂ ਦੇ ਨਾਲ ਹੈ, ਇਸ ਲਈ ਅਸੀਂ ਐੜਾ ਭਾਗ ਦੇ ਫਸਲਾਂ ਨਾਲ ਇਸ ਦਾ ਮਿਲਾਨ ਕਰਾਂਗੇ। ਇਸ ਤਰ੍ਹਾਂ ਅਸੀਂ ਇਹ ਸੰਖੇਪ ਵਿੱਚ ਜਾਣਨ ਦਾ ਕੋਸ਼ਿਸ਼ ਕੀਤੀ ਕਿ ਇਹਨਾਂ ਸ਼ਬਦਾਂ ਦੇ ਸੰਬੰਧ ਕਿਹਨਾਂ ਸ਼ਬਦਾਂ ਦੇ ਨਾਲ ਹਨ। ਇਸ ਪਾਠ ਵਿੱਚ ਇਹ ਸ਼ਬਦ ਸਾਨੂੰ ਕਿਹਨਾਂ ਬਾਰੇ ਗਿਆਨ ਕਰਵਾਉਂਦੇ ਹਨ। ਸੋ ਅੱਗੇ ਸਾਨੂੰ ਇਹ ਕੁਝ ਤਸਵੀਰਾਂ ਦਿੱਤੀਆਂ ਗਈਆਂ ਹਨ, ਜਿਨ੍ਹਾਂ ਵਿੱਚ ਹੇਠ ਲਿਖੀਆਂ ਤਸਵੀਰਾਂ ਕਿਹੜੇ ਕਬੀਲਿਆਂ ਨਾਲ ਸੰਬੰਧਿਤ ਹਨ। ਜਿਵੇਂ ਸਾਨੂੰ ਛੋਟਾ ਜਿਹਾ ਅਸੀਂ ਹਿੰਟ ਦਿੱਤਾ ਹੈ ਗੌਂਡ ਕਬੀਲਾ ਤੇ ਖਾਸੀਸ ਕਬੀਲਾ, ਇਹਨਾਂ ਬਾਰੇ ਤੁਸੀਂ ਆਪ ਵਿਸਥਾਰ ਨਾਲ ਜਾਣਨ ਦੀ ਅਤੇ ਲਿਖਣ ਦੀ ਕੋਸ਼ਿਸ਼ ਕਰਨੀ ਹੈ। ਫਿਰ ਉਸ ਤੋਂ ਅੱਗੇ ਹੈ ਸਾਡੇ ਕੋਲੇ ਬੱਚੋ ਇੱਕ ਤਸਵੀਰ ਹੈ, ਆਪਾਂ ਦੱਸਣੀ ਹੈ ਕਿ ਇਹ ਤਸਵੀਰ ਕਿਸ ਦੀ ਹੈ। ਸੋ ਆਪਾਂ ਪਾਠ ਦੇ ਵਿੱਚ ਵੀ ਇਸ ਤਸਵੀਰ ਨੂੰ ਦੇਖਿਆ ਸੀਗਾ ਕਿ ਇਹ ਤੀਰਥ ਸਿੰਘ ਦੀ ਤਸਵੀਰ ਹੈ, ਜੋ ਕਿ ਖਸੀਸ ਕਬੀਲੇ ਦਾ ਮੋਢੀ ਸੀ, ਜਿਸ ਨੇ ਅੰਗਰੇਜ਼ਾਂ ਵਿਰੁੱਧ ਵਿਦਰੋਹ ਕੀਤਾ ਸੀ ਉਹਨਾਂ ਦੀਆਂ ਗਲਤ ਨੀਤੀਆਂ ਕਰਕੇ। ਸੋ ਹੁਣ ਆਪਣੇ ਕੋਲੇ ਇੱਕ ਤਸਵੀਰ ਦਿਖਾਈ ਗਈ ਹੈ, ਆਪਾਂ ਜਾਣਨਾ ਹੈ ਕਿ ਇਸ ਵਿੱਚ ਕਿਸ ਚੀਜ਼ ਦੀ ਖੇਤੀ ਕੀਤੀ ਗਈ ਹੈ, ਇਹ ਕਿਹੜੀ ਖੇਤੀ ਦੀ ਤਸਵੀਰ ਹੈ। ਤਾਂ ਇਸ ਵਿੱਚ ਇਸ ਦਾ ਰੰਗ ਹੀ ਸਾਨੂੰ ਦੱਸਦਾ ਹੈ ਕਿ ਥੋੜਾ ਜਿਹਾ ਨੀਲਾ ਰੰਗ ਸਾਨੂੰ ਦਿਖਾਈ ਦਿੰਦਾ ਹੈ, ਸੋ ਨੀਲ ਦੀ ਖੇਤੀ ਨਾਲ ਇਹ ਸੰਬੰਧਿਤ ਤਸਵੀਰ ਹੈ। ਸੋ ਇਸ ਤਰ੍ਹਾਂ ਬੱਚਿਓ ਆਪਾਂ ਇਸ ਭਾਗ ਵਿੱਚ ਇਹ ਜਾਣਨ ਦੀ ਕੋਸ਼ਿਸ਼ ਕੀਤੀ ਕਿ ਜੋ 19ਵੀਂ ਸਦੀ ਵਿੱਚ ਬਰਤਾਨਵੀ ਰਾਜ ਸਮੇਂ ਕਬਾਇਲੀ ਸਮਾਜ ਦੇ ਲੋਕ ਬਹੁਤ ਗਰੀਬ ਸਨ ਅਤੇ ਅੰਗਰੇਜ਼ ਕਬਾਇਲੀ ਸਮਾਜ ਦੇ ਵਿੱਚ ਬਹੁਤ ਇੰਟਰਫੇਅਰ ਕਰ ਰਹੇ ਸਨ, ਬਹੁਤ ਦਖਲ ਦੇ ਰਹੇ ਸਨ, ਜਿਸ ਕਰਕੇ ਉਹਨਾਂ ਨੂੰ ਆਪਣੇ ਸਮਾਜ ਵਿੱਚ ਸਮਾਜਿਕ ਅਤੇ ਆਰਥਿਕ ਤੰਗੀ ਵੀ ਮਹਿਸੂਸ ਹੋਣ ਲੱਗੀ ਤੇ ਜਿਸ ਕਰਕੇ ਉਹਨਾਂ ਨੇ ਅੰਗਰੇਜ਼ਾਂ ਦਾ ਵਿਦਰੋਹ ਵੀ ਕੀਤਾ। ਭਾਵੇਂ ਕਿ ਅੰਗਰੇਜ਼ਾਂ ਦਾ ਇੱਕੋ ਹੀ ਇੱਕ ਮਕਸਦ ਸੀ ਕਿ ਲਾਭ ਕਮਾਉਣਾ, ਪਰ ਉਹ ਇਸ ਲਾਭ ਦੇ ਵਿੱਚ ਹੁਣ ਇੱਥੋਂ ਦੇ ਲੋਕਾਂ ਨੂੰ ਵੀ ਤੰਗ ਕਰਨ ਦੀ ਕੋਸ਼ਿਸ਼ ਕਰਦੇ ਸਨ, ਜਿਸ ਕਰਕੇ ਕੁਦਰਤੀ ਹੀ ਕਬਾਇਲੀ ਸਮਾਜ ਦੇ ਲੋਕਾਂ ਨੇ ਉਹਨਾਂ ਦਾ ਵਿਰੋਧ ਕੀਤਾ। ਅੱਜ ਆਪਾਂ ਉਹਨਾਂ ਦੇ ਇੱਕ ਨੇਤਾ ਤੀਰਥ ਸਿੰਘ ਬਾਰੇ ਥੋੜਾ ਜਾਣਨ ਦੀ ਕੋਸ਼ਿਸ਼ ਕੀਤੀ। ਅੱਗੋਂ ਆਪਾਂ ਹੋਰ ਜਿਵੇਂ ਜਿਵੇਂ ਪਾਠ ਵਿੱਚ ਅੱਗੇ ਚੱਲਦੇ ਜਾਵਾਂਗੇ ਹੋਰ ਜ਼ਿਆਦਾ ਕਬਾਇਲੀ ਸਮਾਜ ਬਾਰੇ ਜਾਣਦੇ ਜਾਵਾਂਗੇ। ਤੇ ਆਪਾਂ ਨੇ ਇਹ ਇਸ ਵਿੱਚ ਅੱਜ ਤਸਵੀਰਾਂ ਰਾਹੀਂ ਤੇ ਜੋ ਸਾਡੇ ਪਾਠ ਦੇ ਵਿੱਚ ਸਾਨੂੰ ਦਿੱਤਾ ਗਿਆ ਵਿਸਥਾਰ ਹੈ ਉਸ ਤੋਂ ਜਾਣਨ ਦੀ ਕੋਸ਼ਿਸ਼ ਕੀਤੀ ਕਿ ਕਬਾਇਲੀ ਸਮਾਜ ਦੀ ਆਰਥਿਕ ਅਤੇ ਸਮਾਜਿਕ ਦਸ਼ਾ ਵਿੱਚ ਕੀ ਤਬਦੀਲੀਆਂ ਆਉਂਦੀਆਂ ਰਹੀਆਂ ਤੇ ਇਹਨਾਂ ਤਬਦੀਲੀਆਂ ਕਰਕੇ ਉਹ ਕਿੰਨੀ ਸਮਾਜਿਕ ਨਿਘਾਰ ਵੱਲ ਚਲੇ ਗਏ ਅਤੇ ਕਿੰਨੀ ਆਰਥਿਕ ਮੰਦਹਾਲੀ ਉਹਨਾਂ ਨੇ ਚੱਲੀ, ਜਿਸ ਕਰਕੇ ਉਹਨਾਂ ਨੂੰ ਅੰਗਰੇਜ਼ਾਂ ਦੀਆਂ ਨੀਤੀਆਂ ਦਾ ਵਿਰੋਧ ਕਰਨਾ ਪਿਆ। ਸੋ ਆਪਾਂ ਨੇ ਇਹ ਜਾਣ ਕੇ ਆਪਣੇ ਇਹਨਾਂ ਪ੍ਰਸ਼ਨਾਂ ਰਾਹੀਂ ਸਮਝਣ ਦੀ ਕੋਸ਼ਿਸ਼ ਕਰਨੀ ਹੈ ਤੇ ਕੋਸ਼ਿਸ਼ ਕਰਨੀ ਹੈ ਇਹਨਾਂ ਨੂੰ ਅਸੀਂ ਆਪਣੀਆਂ ਕਾਪੀਆਂ ਤੇ ਨੋਟ ਕਰਕੇ ਆਪਣੇ ਅਧਿਆਪਕ ਸਹਿਬਾਨ ਨੂੰ ਚੈੱਕ ਵੀ ਕਰਵਾਉਣਾ ਹੈ।
ਪਿਆਰੇ ਵਿਦਿਆਰਥੀਓ, ਮੈਨੂੰ ਆਸ ਹੈ ਕਿ ਤੁਹਾਨੂੰ ਚੰਗੀ ਤਰ੍ਹਾਂ ਸਮਝ ਆ ਗਿਆ ਹੋਵੇਗਾ ਕਿ ਕਬਾਇਲੀ ਸਮਾਜ ਕਿਵੇਂ ਉਸ ਸਮੇਂ ਬਰਤਾਨਵੀ ਰਾਜ ਦੇ ਅਧੀਨ ਰਹਿੰਦਾ ਸੀ ਅਤੇ ਉਹਨਾਂ ਦੀਆਂ ਕੀ ਤੰਗੀਆਂ ਸਨ ਜਿਨ੍ਹਾਂ ਕਰਕੇ ਉਹਨਾਂ ਨੂੰ ਵਿਦਰੋਹ ਕਰਨਾ ਪਿਆ। ਅਤੇ ਭਾਵੇਂ ਕਿ ਅੰਗਰੇਜ਼ਾਂ ਨੇ ਉਹ ਵਿਦਰੋਹ ਦਬਾ ਦਿੱਤਾ ਸੀ, ਤੇ ਆਪਾਂ ਕੋਸ਼ਿਸ਼ ਕਰਾਂਗੇ ਅਗਲੇ ਭਾਗ ਨੰਬਰ 3 ਵਿੱਚ ਅਸੀਂ ਹੋਰ ਕਬੀਲਿਆਂ ਦੁਆਰਾ ਅੰਗਰੇਜ਼ੀ ਹਕੂਮਤ ਵਿਰੁੱਧ ਕੀਤੇ ਗਏ ਵਿਦਰੋਹ ਬਾਰੇ ਪੜ੍ਹਾਂਗੇ ਤੇ ਜਾਣਾਂਗੇ। ਸੋ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ।